ਤੁਸੀਂ ਜੀ ਸੁਣ ਰਹੇ ਹੋ ਸਾਂਝੀਵਾਸ ਰੇਡੀਓ ਦਾ ਪ੍ਰੋਗਰਾਮ ਇਤਿਹਾਸ ਦੇ ਪੰਨੇ ਤੇ ਅੱਜ ਅਸੀਂ ਇੱਕ ਵਾਰੀ ਫੇਰ ਇਤਿਹਾਸ ਦੇ ਪੰਨੇ ਫਰੋਲਣ ਵਾਸਤੇ ਇਨਵਾਈਟ ਕੀਤਾ ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਤੇ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਬਾਰੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਤੁਹਾਡਾ ਸਾਂਝੀਵਾਸ ਰੇਡੀਓ ਤੇ। ਜੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਸਾਰੇ ਸੁਣਨ ਵਾਲਿਆਂ ਨੂੰ ਨਿੱਘੀ ਫਤਿਹ ਜੀ। ਤੇ ਅੱਜ ਅਸੀਂ ਗੱਲ ਕਰਾਂਗੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਬਾਰੇ, ਉਹਨਾਂ ਬਾਰੇ ਜਾਣਕਾਰੀ ਸਾਡੇ ਸਰੋਤਿਆਂ ਵਾਸਤੇ ਤੁਸੀਂ ਕਿ ਉਹਨਾਂ ਦੇ ਜੀਵਨ ਬਾਰੇ ਚ ਥੋੜਾ ਚਾਨਣਾ ਪਾਓ ਤੇ ਕਿਸ ਤਰ੍ਹਾਂ ਉਹਨਾਂ ਨੂੰ ਇਹ ਬਾਬਾ ਦਾ ਜਿਹੜਾ ਖਿਤਾਬ ਆ ਕਿਸ ਤਰ੍ਹਾਂ ਮਿਲਿਆ ਤੇ ਉਹਨਾਂ ਦੀ ਸ਼ਹੀਦੀ ਬਾਰੇ ਗੱਲ ਕਰਾਂਗੇ। ਜੀ ਜ਼ਰੂਰ। ਪਹਿਲੀ ਗੱਲ ਤਾਂ ਅੰਮ੍ਰਿਤਸਰ ਦੇ ਨੇੜੇ ਇਹ ਜੰਮੇ ਸਨ, ਪਿੰਡ ਲੀਲ ਵਿਖੇ, ਜਿੱਥੇ ਇਹਨਾਂ ਦੇ ਪਿਤਾ ਦਾ ਨਾਮ ਸੀ ਭਾਈ ਦਸੌਂਦਾ ਜੀ ਤੇ ਮਾਤਾ ਦਾ ਨਾਮ ਸੀ ਲక్ష్ਮੀ। ਇਹਨਾਂ ਦੇ ਘਰ ਇਹ ਪੈਦਾ ਹੋਏ ਤੇ ਗੱਲ ਸਿਰਫ ਵੱਡੀ ਮਾਣ ਦੀ ਇਹ ਸੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਨਾਲ ਉਹ ਜੁੜ ਚੁੱਕੇ ਸਨ, ਇਹਨਾਂ ਦੇ ਮਾਤਾ ਪਿਤਾ। ਸੋ ਛੋਟੀ ਉਮਰੇ ਹੀ ਇਹਨਾਂ ਨੂੰ ਉਹ ਯਾਨੀ ਉਹਨਾਂ ਨੂੰ ਥਾਪੜਾ ਵੀ ਮਿਲਿਆ, ਉਹ ਆਨੰਦ ਹਾਸਲ ਹੋਇਆ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਨੇੜੇ ਬੈਠ ਕੇ ਜਾਂ ਸੇਵਾ ਕਰਦਿਆਂ ਮਿਲ ਸਕਦਾ ਸੀ। ਤੇ ਕਮਾਲ ਇਹ ਦੇਖੋ ਕਿ ਸਿਰਫ 11 ਵਰਿਆਂ ਦੀ ਉਮਰ ਸੀ ਜਦੋਂ ਖਾਲਸਾ ਸਜਾਇਆ ਗਿਆ ਸੀ। ਉਸ ਸਮੇਂ ਇਹਨਾਂ ਨੇ 20 ਅੰਮ੍ਰਿਤ ਉੱਥੇ ਹੀ ਛਕਿਆ ਸੀ। ਜਦੋਂ ਅਸੀਂ ਉੱਥੇ ਜੋ ਇਤਿਹਾਸ ਵਿੱਚ ਅਸੀਂ ਵੇਖਦੇ ਹਾਂ ਕਿ 5 ਸਿੰਘ ਤਿਆਰ ਕੀਤੇ ਗਏ ਸਨ, ਤਾਂ ਉਦੋਂ ਬਾਕੀਆਂ ਚੋਂ ਜਿਨ੍ਹਾਂ ਨੇ ਲਿਆ ਸੀ ਅੰਮ੍ਰਿਤ, ਉਹਦੇ ਵਿੱਚ ਇਹ ਸ਼ਾਮਲ ਸਨ। ਯਾਨੀ ਬੜੀ ਵੱਡੀ ਗੱਲ ਹੈ, ਅਸੀਂ ਜੋ ਸਮਝ ਸਕਦੇ ਹਾਂ। ਤੇ ਕਿੰਨੀ ਕੁ ਜ਼ਬਰਦਸਤ ਇਹਨਾਂ ਨੂੰ ਉਦੋਂ ਦੇਖੋ ਕਿ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਦੀ ਉਹਨਾਂ ਦੀ ਛਤਰ ਛਾਇਆ ਹੇਠ ਇਹਨਾਂ ਨੇ ਵਿੱਦਿਆ ਵੀ ਪ੍ਰਾਪਤ ਕੀਤੀ, ਹਥਿਆਰਾਂ ਦੀ ਵਰਤੋਂ, ਜੰਗ ਦੇ ਗੁਰ, ਇਹ ਸਾਰਾ ਕੁਛ ਉਹਨਾਂ ਤੋਂ, ਯਾਨੀ ਉੱਚ ਪੱਧਰੀ ਉਸਤਾਦ ਸੀ ਇਹਨਾਂ ਦੇ ਅੱਗੇ, ਜਿਨ੍ਹਾਂ ਨੇ ਇਹਨਾਂ ਨੂੰ ਇੰਨਾ ਕੁ ਜ਼ਬਰਦਸਤ ਬਣਾ ਦਿੱਤਾ ਸੀ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਫਿਰ ਮਰਿਆਦਾ ਅਨੁਸਾਰ ਗੁਰਬਾਣੀ ਪੜ੍ਹਨੀ, ਉਹਦੇ ਅਰਥ ਕਰਨੇ। ਇਹਨਾਂ ਨੂੰ ਖਾਸ ਤੌਰ ਤੇ ਇਸੇ ਲਈ ਭੇਜਿਆ ਵੀ ਜਾਂਦਾ ਸੀ ਕਿ ਅਰਥ ਪੜ੍ਹ ਕੇ ਸੁਣਾਓ। ਫਿਰ ਇਹ ਨੀਲਾ ਬਾਣਾ ਪਾ ਕੇ ਦਸਤਾਰ ਸਜਾ ਕੇ ਸਵੇਰੇ ਹੀ ਤਿਆਰ ਹੋ ਜਾਂਦੇ ਸਨ ਜੀ। ਤੇ ਲਿਖਿਆ ਇਹ ਮਿਲਦਾ ਜੇ ਕਿ ਇਹਨਾਂ ਨੂੰ ਸ਼ਸਤਰ ਸਜਾਉਣ ਦਾ ਬੜਾ ਸ਼ੌਕ ਸੀ। ਨੀਲਾ ਬਾਣਾ ਪਾ ਕੇ ਤੇ ਪੂਰੇ ਸ਼ਸਤਰ ਸਜਾ ਕੇ ਨਿਕਲਦੇ ਸਨ। ਫਿਰ ਇਹਨਾਂ ਨੂੰ ਜੋ ਕੰਮ ਬਖਸ਼ਿਆ ਸੀ ਉਹ ਇਹ ਸੀ ਕਿ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਹਿ ਕੇ ਤੁਸੀਂ ਅੰਮ੍ਰਿਤ ਵੇਲੇ ਦੇ ਜੋ ਦੀਵਾਨ ਨੇ ਉਹਨਾਂ ਦਾ ਤੁਸੀਂ ਸ਼ਬਦਾਂ ਦੇ ਅਰਥ ਕਰਨੇ ਨੇ, ਸਭਨਾਂ ਦਾ ਸਤਿਕਾਰ ਇਹਨਾਂ ਨੇ ਕਰਨਾ। ਕਦੇ ਕੋਈ ਯਾਨੀ ਇਹਨਾਂ ਨੂੰ ਕਿਸੇ ਕਿਸਮ ਦਾ ਲਾਲਚ ਨਹੀਂ ਸੀ, ਕੋਈ ਜ਼ਮੀਨ ਜਾਇਦਾਦ ਦਾ ਲੋਭ ਨਹੀਂ ਸੀ। ਯਾਨੀ ਇੱਕ ਤਰੀਕੇ ਸੇਵਾ ਹੀ ਇਹਨਾਂ ਦੀ ਅਸਲ ਇਹਨਾਂ ਦੇ ਅੰਦਰ ਭਰ ਕੇ ਦਿੱਤੀ ਸੀ ਕਿ ਤੁਸੀਂ ਸੇਵਾ ਕਰਨੀ ਹੈ। ਪਰ ਜਦੋਂ ਕਿਤੇ ਕਿਸੇ ਲੜਾਈ ਦਾ ਜ਼ਿਕਰ ਆਉਂਦਾ ਸੀ ਕਿ ਕੋਈ ਜੰਗ ਜਾਣਾ, ਤਾਂ ਸਭ ਤੋਂ ਪਹਿਲਾਂ ਨਗਾੜਾ ਤੇ ਖਾਲਸਾ ਝੰਡਾ ਲੈ ਕੇ ਅੱਗੇ ਫੌਜ ਦੀ ਅਗਵਾਈ ਕਰਨ ਵਾਲੇ ਬਾਬਾ ਗੁਰਬਖਸ਼ ਸਿੰਘ ਹੁੰਦੇ ਸਨ। ਯਾਨੀ ਹਰ ਇੱਕ ਤਰ੍ਹਾਂ ਦੀ ਜਿਹੜੀ ਜੰਗ ਸੀ, ਨਗਾੜਾ ਫੜ ਕੇ ਸਭ ਤੋਂ ਅਗਾਂਹ ਤੁਰਨ ਵਾਲੇ ਤੇ ਨਿਸ਼ਾਨ ਸਾਹਿਬ ਫੜ ਕੇ, ਖੰਡਾ ਚੱਕ ਕੇ ਇਹ ਅਗਾਂਹ ਤੁਰਨ ਵਾਲੇ ਹੁੰਦੇ ਸਨ ਜੀ। ਉਦੋਂ ਸਾਰੇ ਇਹ ਤਾਂ ਵੇਖਦੇ ਸਨ ਵੀ ਬਹੁਤ ਬਹਾਦਰ ਨੇ, ਬੜੇ ਜਾਂਬਾਜ਼ ਨੇ, ਪਰ ਇਹ ਨਹੀਂ ਸੀ ਪਤਾ ਕਿ ਇਤਿਹਾਸ ਕੀ ਸਿਰਜਿਆ ਜਾਣਾ, ਜੋ ਕਿ ਇੰਨੇ ਸਦੀਆਂ ਬਾਅਦ ਵੀ ਇਹਨਾਂ ਨੂੰ ਲੋਕ ਬਾਬਾ ਦੇ ਨਾਮ ਨਾਲ ਤੇ ਇੱਕ ਗੁਰਦੁਆਰਾ ਸਾਹਿਬ ਇਹਨਾਂ ਦੇ ਨਾਮ ਤੇ ਬਣ ਜਾਣਾ, ਉਹ ਉਦੋਂ ਸ਼ਾਇਦ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ। ਗੱਲ ਦਰਅਸਲ ਆਪਾਂ ਇਤਿਹਾਸ 'ਚ ਝਾਤ ਮਾਰੀਏ ਤਾਂ ਅਬਦਾਲੀ ਤੋਂ ਸ਼ੁਰੂ ਕਰਦੇ ਹਾਂ, ਜਦੋਂ ਉਹਨੇ ਬੇਦੋਸੇ ਲੋਕਾਂ ਦਾ ਬੇਤਹਾਸ਼ ਉਹ ਕਤਲ ਕਰਦਾ ਆ ਰਿਹਾ ਸੀ। 10ਵੀਂ ਵਾਰ ਹੱਲੇ ਤੇ ਜਦੋਂ ਪਹੁੰਚਿਆ, ਪੰਜਾਬ ਵਿੱਚ ਵੜਿਆ, ਤਾਂ ਉਦੋਂ 30,000 ਸੈਨਿਕ ਲੈ ਕੇ ਉਦੋਂ ਇਹਨੇ ਇਹ ਸੋਚ ਲਿਆ ਸੀ ਕਿ ਮੈਂ ਹੁਣ ਤਹਿਸ ਨਹਿਸ ਫੇਰ ਦੇਣਾ ਹਰਿਮੰਦਰ ਸਾਹਿਬ ਦਾ। ਅੰਮ੍ਰਿਤਸਰ ਸਾਹਿਬ ਵਿਖੇ ਹੱਲਾ ਬੋਲਿਆ ਤੇ ਉੱਥੇ ਪਹਿਲਾਂ ਦੇ ਹੱਲੇ ਤੋਂ ਜੋ ਕੁਝ ਹਿੱਸੇ ਢਾਏ ਜਾ ਚੁੱਕੇ ਸਨ, ਉਹਦੀ ਉਦੋਂ ਕਾਰ ਸੇਵਾ ਵੀ ਚੱਲ ਰਹੀ ਸੀ, ਉਹਨੂੰ ਰਿਪੇਅਰ ਚੱਲ ਰਹੀ ਸੀ। ਤੇ ਜਦੋਂ ਪਤਾ ਲੱਗਿਆ ਕਿ ਫਿਰ ਹੱਲੇ ਤੇ ਆਇਆ, ਤਾਂ ਉੱਥੇ ਕੁਝ ਜੋ ਸਿੰਘ ਸਨ ਉਹ ਤਾਂ ਜੰਗਲਾਂ ਵਿੱਚ ਲੁਕੇ ਹੋਏ ਸਨ ਤਾਂ ਕਿ ਅਜਿਹੇ ਹੱਲਿਆਂ ਤੋਂ ਅਸੀਂ ਬੇਦੋਸਿਆਂ ਨੂੰ ਬਚਾ ਸਕੀਏ। ਤੇ ਉਦੋਂ ਅੰਮ੍ਰਿਤਸਰ ਵਿਖੇ ਸਰਬੱਤ ਖਾਲਸਾ ਸੱਦਿਆ ਗਿਆ ਸੀ ਤਾਂ ਕਿ ਸਿੱਖਾਂ ਨੂੰ ਅਗਲੀ ਜੋ ਕਾਰਵਾਈ ਕਰਨੀ ਉਹਦੇ ਲਈ ਤਿਆਰ ਕੀਤਾ ਜਾ ਸਕੇ। ਸੋ ਉਹ ਸਰਬੱਤ ਖਾਲਸੇ ਦੌਰਾਨ ਇੱਕ ਫੈਸਲਾ ਲਿਆ ਗਿਆ ਤੇ ਇਹ ਕਿਹਾ ਗਿਆ ਕਿ ਹੁਣ ਸਾਰੇ ਸਿੰਘਾਂ ਨੂੰ ਅੰਮ੍ਰਿਤਸਰ ਛੱਡ ਕੇ ਮਾਲਵੇ ਵੱਲ ਕੂਚ ਕਰਨਾ ਪੈਣਾ।
ਸੋ ਉੱਥੇ ਜਦੋਂ ਇਹ ਫੈਸਲਾ ਸੁਣਾ ਦਿੱਤਾ ਗਿਆ ਤਾਂ ਬਾਬਾ ਗੁਰਬਖਸ਼ ਸਿੰਘ ਜੀ ਖੜੇ ਹੋਏ ਤੇ ਕਹਿਣ ਲੱਗੇ ਬਈ ਜੋ ਸ਼ਬਦ ਲਿਖਦੇ ਨੇ ਕਿ ਉਹ ਗਰਜੇ ਸਨ, ਇੰਨੀ ਉਹਨਾਂ ਦੀ ਦਮਦਾਰ ਆਵਾਜ਼ ਸੀ ਕਿ ਹੈ ਕੋਈ ਸ਼ੇਰ ਇਸ ਸਾਰੇ ਥਾਂ ਤੇ ਬੈਠਾ ਜਿਹੜਾ ਨਾਮ ਤੇ ਰਹਿਤ ਵਿੱਚ ਰਹਿ ਕੇ ਪੰਥ ਵਾਸਤੇ ਆਪਾ ਵਾਰਨ ਨੂੰ ਤਿਆਰ ਹੋਵੇ। ਅਸੀਂ ਚਾਹੁੰਦੇ ਹਾਂ ਕਿ ਪੰਥ ਦੀ ਚੜ੍ਹਦੀ ਕਲਾ ਹੋਰ ਮਜ਼ਬੂਤ ਹੋਵੇ। ਹੈ ਕੋਈ ਸ਼ੇਰ ਇਸ ਸਾਰੇ ਇਕੱਠ ਵਿੱਚ? ਹੁਣ ਇਹ ਵੰਗਾਰ ਸੀ ਤੇ ਕਹਿਣ ਜੋ ਉੱਥੇ ਲਿਖਿਆ ਗਿਆ ਇਤਿਹਾਸ ਵਿੱਚ ਕਿ ਉਸ ਸਾਰੇ ਇਕੱਠ ਵਿੱਚ ਇੱਕ ਸੁਰ ਹੋ ਕੇ ਸਭ ਨੇ ਇੱਕੋ ਹੀ ਗੱਲ ਕਹੀ ਕਿ ਬਾਬਾ ਜੀ ਸਿੱਖ ਰਹਿਤ ਮਰਿਆਦਾ ਨੂੰ ਪ੍ਰਣਾਇਆ ਤੇ ਮੌਤ ਨੂੰ ਲਾੜੀ ਦੇ ਵਾਂਗ ਜੋ ਮੰਨਣ ਵਾਲਾ ਜਿਹਨਾਂ ਤੁਹਾਡੇ ਵਰਗਾ ਜਾਂਬਾਜ਼ ਬਹਾਦਰ ਇੱਕੋ ਹੀ ਜੇ। ਯਾਨੀ ਸਾਰਿਆਂ ਨੇ ਇੱਕ ਸੁਰ ਚ ਹੋ ਕੇ ਕਿਹਾ ਕਿ ਤੁਹਾਡੇ ਜਿੰਨੀ ਤਾਕਤ ਕਿਸੇ ਵਿੱਚ ਹੈ ਹੀ ਨਹੀਂ, ਨਾ ਸਿਰਫ ਸਰੀਰਕ ਬਲਕਿ ਮਾਨਸਿਕ ਸਿਰਫ ਤੁਸੀਂ ਹੋ, ਤੇ ਜਾਨ ਵਾਰਨ ਦੀ ਇੱਛਾ ਵੀ ਜਿੰਨੀ ਤੁਹਾਡੇ ਵਿੱਚ ਹੈ ਕਿਸੇ ਹੋਰ ਵਿੱਚ ਨਹੀਂ ਹੋਣੀ। ਸੋ ਤੁਸੀਂ ਹੀ ਇੱਕ ਵਿਲੱਖਣ ਸ਼ਖਸੀਅਤ ਹੋ। ਸੋ ਉਸ ਹੁੰਗਾਰੇ ਤੋਂ ਬਾਅਦ ਫਿਰ ਬਾਬਾ ਜੀ ਨੇ ਸੰਗਤ ਦੇ ਸਾਹਮਣੇ ਹੱਥ ਜੋੜੇ ਤੇ ਕਿਹਾ ਕਿ ਮੈਂ ਤੁਹਾਡੀ ਇੱਛਾ ਤੇ ਪ੍ਰਵਾਨ ਹੋਣਾ ਚੜਾਉਣਾ ਚਾਹਨਾ ਤੇ ਮੈਂ ਸ਼ਹੀਦ ਹੋਣ ਲਈ ਤਿਆਰ ਬਰ ਤਿਆਰ ਹਾਂ। ਜੋ ਸ਼ਬਦ ਵਰਤੇ ਨਾ ਬਾ ਕਮਾਲ ਨੇ। ਕਹਿਣ ਲੱਗੇ ਕੋਈ ਇੱਕ ਵੀ ਹੋਰ ਸਿੰਘ ਜੋ ਮੇਰੇ ਨਾਲ ਮੌਤ ਲਾੜੀ ਨੂੰ ਵਿਆਹੁਣ ਲਈ ਤਿਆਰ ਹੋਵੇ ਤਾਂ ਉਹ ਮੇਰੀ ਜੰਜ ਵਿੱਚ ਸ਼ਾਮਲ ਹੋ ਸਕਦਾ ਹੈ ਜਾਂ ਸਰਬਾਲਾ ਵੀ ਬਣ ਸਕਦਾ ਹੈ ਨਾ ਕਮਾਲ। ਯਾਨੀ ਮੌਤ ਤਾਂ ਲੈਣੀ ਜੇ ਪਰ ਮੌਤ ਵੀ ਮਿਸਾਲੀ। ਸੋ ਇਹ ਸੁਣਦੇ ਸਾਰ 30 ਸਿੰਘ ਸਨ ਜਿਹੜੇ ਉਸ ਸਮੇਂ ਨਾਲ ਉਹਨਾਂ ਦੇ ਆ ਕੇ ਖੜੇ ਹੋ ਗਏ ਕਿ ਅਸੀਂ ਅਬਦਾਲੀ ਦੀਆਂ ਫੌਜਾਂ ਚੜ੍ਹਦੀਆਂ ਆਉਂਦੀਆਂ ਨੇ ਤੇ ਅਸੀਂ ਟਾਕਰਾ ਕਰਾਂਗੇ, ਸਾਹਮਣਾ ਉਹਨੂੰ ਦੇਵਾਂਗੇ, ਨਹੀਂ ਦੱਸਾਂਗੇ ਕਿ ਇੱਥੇ ਸਾਰੇ ਹੀ ਤੁਰ ਗਏ। ਸੋ ਜਿਨ੍ਹਾਂ ਨੇ ਅਗਾਂਹ ਤੋਰਨਾ ਸੀ, ਟੱਬਰ ਤੋਰਨੇ ਸੀ, ਉਹ ਸਾਰਿਆਂ ਨੂੰ ਅੰਮ੍ਰਿਤਸਰ ਛੱਡ ਕੇ ਜਾਣ ਲਈ ਕਹਿ ਦਿੱਤਾ ਗਿਆ। ਕੁਝ ਜੰਗਲਾਂ ਚ ਲੁਕ ਗਏ ਤੇ ਇਹ ਜੋ ਇਤਿਹਾਸਕਾਰਾਂ ਨੇ ਲਿਖਿਆ ਕਿ 30 ਸਿੰਘ ਸਨ ਜਿਨ੍ਹਾਂ ਨੇ ਸੱਚੀ ਮੁੱਚੀ ਉਸ ਸਮੇਂ ਜੋ ਤਿਆਰ ਹੋਏ। ਹੁਣ ਇਹ ਇਤਿਹਾਸ ਲਿਖਿਆ ਗਿਆ ਜੇ ਕਿ ਉਹ ਤਿਆਰ ਇੰਜ ਹੋਏ ਸਨ ਜਿਵੇਂ ਵਾਕਈ ਵਿਆਹੁਣ ਲਈ ਗਏ ਹੋਣ। ਸਭਨਾਂ ਨੇ ਨਵੇਂ ਚੋਲੇ ਪਾਏ ਤੇ ਉਸ ਦਿਨ ਸਵੇਰੇ ਕਿਸੇ ਨੇ ਚਿੱਟੇ, ਕਿਸੇ ਨੇ ਨੀਲੇ, ਕਿਸੇ ਨੇ ਕੇਸਰੀ ਤੇ ਅੰਦਰ ਗਏ ਹਰਿਮੰਦਰ ਸਾਹਿਬ ਵਿੱਚ। ਪਹਿਲਾਂ ਸਰੋਵਰ ਚ ਸਭ ਨੇ ਇਸ਼ਨਾਨ ਕੀਤਾ, ਅਰਦਾਸ ਕੀਤੀ, ਕੜਾਹ ਪ੍ਰਸ਼ਾਦ ਚੜਾਇਆ, ਫਿਰ ਸਰਬੱਤ ਦੇ ਭਲੇ ਦੀ ਦੇਖੋ ਅਰਦਾਸ ਕੀਤੀ ਹੈ ਨਾ ਕਮਾਲ। ਤੇ ਅਖੀਰ ਵਿੱਚ ਜਿਹੜੀ ਅਰਦਾਸ ਤੋਂ ਬਾਅਦ ਜੋ ਕਿਹਾ ਬਾਬਾ ਗੁਰਬਖਸ਼ ਸਿੰਘ ਜੀ ਨੇ ਕਿ ਹੇ ਵਾਹਿਗੁਰੂ ਬਸ ਇੰਨੀ ਕੁ ਹਿੰਮਤ ਬਖਸ਼ਣਾ ਕਿ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਸਕੀਏ। ਸੋ ਹੁਕਮ ਲਿਆ ਫਿਰ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਫਿਰ ਬਾਹਰ ਨਿਕਲ ਕੇ ਘੋੜੀਆਂ ਗਾਉਂਦੇ, ਅਸੀਂ ਹੁਣ ਸਾਰਿਆਂ ਨੇ ਗਏ ਹੋਣੇ ਨੇ ਕਿ ਕਿਵੇਂ ਹਰਿਮੰਦਰ ਸਾਹਿਬ ਦੇ ਅੰਦਰੋਂ ਨਿਕਲ ਕੇ ਕਿਵੇਂ ਅਕਾਲ ਤਖਤ ਤੱਕ ਜਾਣ ਦੇ ਰਾਹ ਤੱਕ ਘੋੜੀਆਂ ਗਾਉਂਦੇ ਗਏ ਕਿ ਜਿਵੇਂ ਸੱਚੀ ਮੁੱਚੀ ਉਹ ਯਾਨੀ ਮੌਤ ਦੀ ਲਾੜੀ ਨੂੰ ਵਿਆਹੁਣ ਹੀ ਨਿਕਲੇ ਹੋਣ। ਸਿੱਧਾ ਅਕਾਲ ਤਖਤ ਸਾਹਿਬ ਦੇ ਅੰਦਰ ਗਏ, ਉੱਥੇ ਬੈਠ ਕੇ ਲਗਾਤਾਰ ਕੀਰਤਨ ਕਰਦੇ ਰਹੇ। ਰਾਤ ਲੰਘ ਹੋਣ ਵਾਲੀ ਹੋ ਗਈ, ਦੁਸ਼ਮਣਾਂ ਦੀ ਉਡੀਕ ਵਿੱਚ ਕੋਈ ਨਹੀਂ ਆਇਆ। ਸਾਰੀ ਰਾਤ ਵੀ ਉੱਥੇ ਹੀ ਕੀਰਤਨ ਕੀਤਾ ਉਹਨਾਂ ਨੇ। ਸਵਖਤੇ ਯਾਨੀ ਅਜੇ ਸੂਰਜ ਨਹੀਂ ਸੀ ਨਿਕਲਿਆ, ਸਵਖਤੇ ਹੀ ਦੁਸ਼ਮਣਾਂ ਦੀ ਫੌਜ ਇਹਨਾਂ ਨੇ ਦੇਖਿਆ ਕਿ ਅੰਦਰ ਵੜਦੀ ਪਈ ਹੈ। ਅਬਦਾਲੀ ਦੇ ਬੰਦੇ ਅੰਦਰ ਵੜ ਗਏ ਸਨ। ਹੁਣ ਹਮੇਸ਼ਾ ਤੋਂ ਹੀ ਬਾਬਾ ਜੀ ਨੇ ਤਾਂ ਹਰ ਜੰਗ ਵਿੱਚ ਪਹਿਲ ਹੀ ਕੀਤੀ ਸੀ। ਸੋ ਉਹਨਾਂ ਦੀ ਹੀ ਜੋ ਗੂੰਜ ਸੀ ਜਿਹੜੇ ਉਹਨਾਂ ਨੇ ਉੱਚੇ ਉਦੋਂ ਬੋਲੇ ਕਿ ਝੂਲ ਦੇ ਨਿਸ਼ਾਨ ਰਹਿਣ ਖਾਲਸਾ ਪੰਥ ਦੇ, ਤੇ ਆਪਣਾ ਨਗਾੜਾ ਵਜਾਇਆ ਤੇ ਲਲਕਾਰਾ ਮਾਰਿਆ ਕਿ ਆਓ, ਤੇ ਖਾਲਸੇ ਝੰਡੇ ਸਮੇਤ ਉਹ ਸਾਰੇ ਸਿੰਘਾਂ ਨੇ ਯਾਨੀ ਉਹਨਾਂ ਦੀ ਅਗਵਾਈ ਹੇਠ ਗੱਜ ਕੇ ਜੋ ਬੋਲੇ ਸੋ ਨਿਹਾਲ ਦਾ ਜੈਕਾਰਾ ਬੋਲਿਆ ਤੇ ਫਿਰ ਜਿਵੇਂ ਉਹ ਟੁੱਟ ਕੇ ਪਏ। ਜੋ ਹੁਣ ਇਤਿਹਾਸਕਾਰ ਲਿਖਦੇ ਨੇ ਮੈਂ ਇਨ ਬਿਨ ਉਹੀ 2 ਸਤਰਾਂ ਜਿਵੇਂ ਹਮੇਸ਼ਾ ਪੜ੍ਹ ਕੇ ਸੁਣਾਉਣਾ ਚਾਹੁੰਦੀ ਹੁੰਦੀ ਹਾਂ, ਦੱਸਣਾ ਚਾਹੁੰਦੀ ਹਾਂ ਕਿ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਅੱਜ ਦੇ ਦਿਨ ਸਾਹਮਣੇ ਮੌਤ ਦਿਸਦੀ ਹੋਵੇ, ਪਤਾ ਹੈ ਕਿ ਅਸੀਂ ਹੁਣ ਨਹੀਂ ਬਚਣਾ, ਤਾਂ ਲਿਖਦੇ ਨੇ ਉਹਨਾਂ ਦੇ ਚਿਹਰਿਆਂ ਦਾ ਜਲੌ ਤੱਕਿਆ ਨਹੀਂ ਸੀ ਜਾਂਦਾ। ਇਹ ਮੁਗਲ ਇਤਿਹਾਸ ਵਿੱਚ ਸ਼ਾਮਲ ਜੇ। ਫੌਜ ਭਾਰੀ ਗਿਣਤੀ ਵਿੱਚ ਸੀ, ਚੁਫੇਰਿਓਂ ਉਹਨਾਂ ਨੂੰ ਘੇਰਾ ਪਾ ਲਿਆ ਹੋਇਆ ਸੀ। ਗਿਣਤੀ ਦੇ 30 ਸਿੰਘ ਆਪਾਂ ਸਮਝ ਸਕਦੇ ਹਾਂ ਤੇ 30,000 ਦੀ ਫੌਜ, ਜ਼ਰਾ ਅੰਦਾਜ਼ਾ ਲਾਓ 30 ਤੇ 30,000। ਲਿਖਦੇ ਨੇ ਕਿ ਬਾਬਾ ਗੁਰਬਖਸ਼ ਸਿੰਘ ਜੀ ਉਦੋਂ ਬੱਬਰ ਸ਼ੇਰ ਵਾਂਗ ਗਰਜੇ ਸਨ। ਉਹਨਾਂ ਦੀ ਗੂੰਜ, ਉਹਨਾਂ ਦੀ ਗਰਜ
ਚੁਫੇਰੇ ਪੂਰੀ ਪਰਿਕਰਮਾ ਤੱਕ ਪਹੁੰਚੀ। ਜ਼ਰਾ ਅੰਦਾਜ਼ਾ ਲਾਈਏ ਕਿ ਅਸੀਂ ਵੀ ਬੋਲੀਏ ਤਾਂ ਉੱਥੇ ਤੱਕ ਸ਼ਾਇਦ ਆਵਾਜ਼ ਨਾ ਜਾਵੇ। ਆਹ ਜੋ ਗਰਜੇ ਸਨ, ਜੋ ਸ਼ਬਦ ਲਿਖੇ ਨੇ ਉਹ ਇਹ ਸਨ, ਚਲੋ ਸਿੰਘੋ ਖਾਲਸਾ ਪੰਥ ਦੀ ਆਨ ਬਾਨ ਤੇ ਸ਼ਾਨ ਬਰਕਰਾਰ ਰੱਖਣ ਦਾ ਸਮਾਂ ਆ ਗਿਆ। ਗੋਲੀ ਛਾਤੀ ਉੱਤੇ ਖਾਣੀ ਹੈ, ਪਿੱਠ ਉੱਤੇ ਨਹੀਂ। ਅੱਜ ਇੱਕ ਇੱਕ ਨੂੰ 1.25 ਲੱਖ ਬਣਨਾ ਪੈਣਾ ਹੈ, ਵੇਖਿਓ ਕਿਤੇ ਗੁਰੂ ਦੇ ਨਾਂ ਨੂੰ ਵੱਟਾ ਨਾ ਲੱਗੇ। ਅੱਜ ਇਸ ਇਮਤਿਹਾਨ ਵਿੱਚੋਂ ਹਰ ਹਾਲ ਅਸੀਂ ਫਤਿਹ ਹਾਸਲ ਕਰਨੀ ਹੈ। ਅੱਜ ਅਸੀਂ ਸਭ ਨੇ ਮੌਤ ਲਾੜੀ ਨੂੰ ਵਿਆਹ ਕੇ ਜਾਣਾ ਤੇ ਬੋਲੋ ਆਓ ਹੱਲਾ, ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦਿਓ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਹ ਸਨ ਉਹਨਾਂ ਦੇ ਸ਼ਬਦ ਜੋ ਪੂਰੀ ਪਰਿਕਰਮਾ ਚ ਗੂੰਜੇ ਸਨ, ਜੋ ਦੁਸ਼ਮਣਾਂ ਤੱਕ ਪਹੁੰਚੇ ਸਨ, ਜੋ ਉਹਨਾਂ ਨੇ ਦਰਜ ਕੀਤੇ, ਫਿਰ ਜਿਹੜੇ ਅੱਖੀਂ ਵੇਖੀ ਗਵਾਹ ਸਨ ਕਿ ਉਹ ਜ਼ਖਮੀ ਸ਼ੇਰ ਜਿਵੇਂ ਟੁੱਟ ਕੇ ਪੈਂਦਾ, ਇਸ ਤਰ੍ਹਾਂ ਉਹ ਫੌਜਾਂ ਤੇ ਪਏ। ਹੁਣ ਗੱਲ ਇਹ ਹੈ ਕਿ ਜਦੋਂ ਕੋਈ 30,000 ਦੀ ਫੌਜ ਵਿੱਚ ਤੋਪਾਂ ਵਿੱਚ ਗੋਲੀਆਂ ਤੀਰ ਸਭ ਲੈ ਕੇ ਗਏ ਹੋਣ, ਉਹ ਕੀ ਗਿਣਦੇ ਨੇ ਕਿ 30 ਨਾਲ ਕੀ ਅਸੀਂ ਕਰਨਾ, 30,000 ਸੋ ਉਹਨਾਂ ਨੇ ਆਪਣੀ ਜਿਵੇਂ ਢਿੱਲਾ ਜਿਹਾ ਸੀ ਕੰਮ ਕਿ ਇਹਨਾਂ ਤਾਂ ਮਿੰਟ ਚ ਢਾ ਲਾਂਗੇ, ਉਹਨਾਂ ਨੂੰ ਤਾਂ ਅੰਦਾਜ਼ਾ ਹੀ ਨਹੀਂ ਸੀ ਕਿ ਇਹ 30 ਕਿਸ ਤਰੀਕੇ ਭਾਰੀ ਪੈਣੇ ਨੇ, ਕਿ ਉਹਨਾਂ ਨੂੰ ਜਿੰਨੇ ਨੇੜੇ ਘੇਰ ਕੇ ਆਏ ਸਨ, ਕਹਿੰਦੇ ਨੇ ਕੁਝ ਮਿੰਟ ਹੀ ਲੱਗੇ ਕਿ ਉਹ ਸਾਰਾ ਜਿਹੜਾ ਪਹਿਲਾ ਘੇਰਾ ਪਿਆ ਸੀ ਸਾਰੇ ਦੇ ਸਾਰੇ ਖਤਮ ਕਰ ਦਿੱਤੇ। ਇੱਕ ਵੀ ਅਬਦਾਲੀ ਦਾ ਫੌਜੀ ਉੱਥੇ ਜ਼ਿੰਦਾ ਨਹੀਂ ਰਿਹਾ। ਉਹ ਵੇਖ ਕੇ ਇਹ ਹੈਰਾਨ ਸਨ ਕਿ ਇਹ ਹੋਇਆ ਕੀ ਵੀ ਅਸੀਂ ਤਾਂ ਫੜਨ ਜਾ ਰਹੇ ਸਾਂ ਤੇ ਸਾਰੇ ਦੇ ਸਾਰੇ ਇੱਕਦਮ ਖਤਮ ਹੋ ਗਏ। ਸੋ ਉਹਨਾਂ ਨੇ ਇੰਨਾ ਢੇਰ ਯਾਨੀ ਚੁਫੇਰੇ ਲਾਸ਼ਾਂ ਦੇ ਬਣ ਗਏ ਕਿ ਉਹਨਾਂ ਨੇ ਦੂਜਾ ਫਿਰ ਪੂਰ ਭੇਜਿਆ ਕਿ ਚਲੋ ਬਈ ਇਹ ਤਗੜੇ ਤਰੀਕੇ ਲੜੋ, ਤੇ ਉਹ ਉਸੇ ਹੀ ਤਰ੍ਹਾਂ ਦੂਜੇ ਪੂਰ ਦਾ ਵੀ ਢੇਰ ਲੱਗ ਗਿਆ ਤੇ ਇੱਕ ਵੀ ਸਿੰਘ ਨਾ ਜ਼ਖਮੀ ਹੋਇਆ। ਹੁਣ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਕੰਮ ਕੋਈ ਮਜ਼ਾਕ ਨਹੀਂ ਚੱਲ ਰਿਹਾ, ਇਹ ਤਾਂ ਕੁਛ ਗੜਬੜ ਹੈ। ਯਾਨੀ ਉਹਨਾਂ ਨੇ ਕਿਹਾ ਕਿ ਅਫਗਾਨੀ ਫੌਜੀ ਤਾਂ ਪਿਛਾਂ ਦੌੜਨ ਲੱਗ ਗਏ ਸਨ ਕਿ ਹੋ ਕੀ ਰਿਹਾ। ਸੋ ਫੈਸਲਾ ਲਿਆ ਗਿਆ ਕਿ ਤਲਵਾਰ ਨਾਲ ਤਾਂ ਇਹਨਾਂ ਨੂੰ ਵਾਰ ਕੀਤਾ ਹੀ ਨਹੀਂ ਜਾ ਸਕਦਾ, ਬਹੁਤ ਤਾਕਤਵਰ ਨੇ, ਸੋ ਆਪਾਂ ਯਾਨੀ ਗੋਲੀਆਂ ਤੋਪਾਂ ਜਾਂ ਤੀਰਾਂ ਦਾ ਅਸੀਂ ਲਈਏ, ਯੂਜ਼ ਕਰੀਏ ਕਿ ਇਹਨਾਂ ਦਾ ਤਾਂ ਇਸ ਤਰ੍ਹਾਂ ਨਹੀਂ ਫੜਿਆ ਜਾ ਸਕਦਾ। ਸੋ ਉਦੋਂ ਗੋਲੀਆਂ ਦਾ ਮੀਂਹ ਵਰਾ ਦਿੱਤਾ ਗਿਆ। ਤੀਰ ਇੰਨੇ ਸੀ ਕਿ 18 ਸਿੰਘ ਉਦੋਂ ਇਹਨਾਂ ਤੋਪਾਂ ਗੋਲੀਆਂ ਤੀਰਾਂ ਕਰਕੇ ਸ਼ਹੀਦ ਹੋ ਗਏ। ਹੁਣ ਇਸ ਸਮਾਂ ਸੀ ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਨੇ ਵੇਖਿਆ ਕਿ ਕਿਤੇ ਧਾਰਾਸ਼ਾਹੀ ਨਾ ਹੋਣ, ਹਿੰਮਤ ਨਾ ਘਟ ਜਾਏ, ਤਾਂ ਉਹਨਾਂ ਨੇ ਆਪਣੀ 2 ਧਾਰੀ ਤੇਗ ਜੋ ਅਜੇ ਵੀ ਮਤਲਬ ਉੱਥੇ ਹੈ, ਉਹ 2 ਧਾਰੀ ਤੇਗ ਕੱਢੀ। ਭੈਣ ਜੀ ਜੇ ਉਹਨੂੰ ਦੇਖ ਲਈਏ ਨਾ, ਸੱਚ ਕਹਿੰਦੀ ਆ ਵੀ ਅਸੀਂ ਸ਼ਾਇਦ 2 ਹੱਥਾਂ ਨਾਲ ਛੱਡ 2 ਜਣੇ ਰਲ ਕੇ ਚੱਕਾਂਗੇ। ਉਹ ਇੰਨੀ ਪਾਵਰਫੁਲ, ਐਡੀ ਤਗੜੀ ਜੇ ਕਿ ਉਹਨੂੰ ਦੇਖ ਕੇ ਅੰਦਾਜ਼ਾ ਹੋ ਜਾਂਦਾ ਕਿ ਇਹ ਇੱਕ ਬੰਦਾ ਉਹਨੂੰ ਫੜ ਕੇ ਫਿਰ ਲਹਿਰਾਉਂਦਾ ਵੀ ਸੀ ਤਾਂ ਕਿੰਨੀ ਪਾਵਰਫੁਲ ਹੋਣੀ ਆ ਉਹ ਚੀਜ਼। ਤੇ ਉਹਨਾਂ ਨੇ ਜੋ ਉਹ ਨਜ਼ਾਰਾ ਸੀ ਅਲੌਕਿਕ, ਉਹ ਦੇਖਣ ਨੂੰ ਨਹੀਂ ਦੁਬਾਰਾ ਮਿਲਿਆ ਕਿ ਉਹਨਾਂ ਨੇ ਕਿੰਨੀ ਫੋਰਸ ਹੋਣੀ ਹੈ ਕਿ ਜਿਹੜਾ ਉਹ ਅੱਗੇ ਉਹਨਾਂ ਦੇ ਯਾਨੀ ਅਫਗਾਨੀ ਫੌਜੀਆਂ ਦੇ ਲੋਹੇ ਦੇ ਕਵਚ ਪਾਏ ਹੁੰਦੇ ਸਨ ਜੀ। ਇਹ ਲਿਖਿਆ ਗਿਆ ਇਤਿਹਾਸ ਹੈ ਕਿ ਉਹ ਕਵਚ ਵੀ ਇਹਨਾਂ ਨੇ ਪਾੜ ਸੁੱਟੇ ਸਨ, ਇੰਨਾ ਉਹਨਾਂ ਚ ਜ਼ੋਰ ਸੀ, ਇੰਨੀ ਤਾਕਤ ਸੀ ਉਹ 2 ਧਾਰੀ ਤਲਵਾਰ ਨਾਲ, ਜੋ ਇੰਨੀ ਭਾਰੀ ਕਿ ਉਹਨੇ ਆਰ ਪਾਰ ਕਵਚ ਪਾੜ ਕੇ ਯਾਨੀ ਉਹਨਾਂ ਨੂੰ ਮਾਰਿਆ। ਉਹਨਾਂ ਨੇ ਇੰਨਾ ਜ਼ਬਰਦਸਤ ਉਸ ਸਮੇਂ। ਹੁਣ ਮਨੋਬਲ ਨਾ ਡਿੱਗੇ ਉਸ ਸਦਕਾ ਉਹ ਆਪ ਅਗਾਂਹ ਹੋ ਕੇ ਸਾਰਾ ਲੜਦੇ ਰਹੇ। ਤੇ ਜਿੰਨੇ ਹੁਣ ਤੀਰ ਜਾਂ ਉਹ ਚੱਲੇ ਸਨ, ਹੁਣ ਇਹਨਾਂ ਦਾ ਨਾਮ ਕਿਵੇਂ ਬਾਬਾ ਬਣਿਆ ਕਿ ਕਹਿੰਦੇ ਨੇ ਸਰੀਰ ਦਾ ਅੱਧਾ ਇੰਚ ਵੀ ਅਜਿਹਾ ਨਹੀਂ ਸੀ, ਅੱਧਾ ਇੰਚ ਵੀ, ਜਿਹੜਾ ਜ਼ਖਮੀ ਨਾ ਹੋਇਆ ਹੋਵੇ, ਜਾਂ ਤੀਰ ਜਾਂ ਭਾਲੇ ਜਾਂ ਗੋਲੀਆਂ ਜਾਂ ਤਲਵਾਰ ਨਾਲ ਯਾਨੀ ਵਿੰਨੇ ਗਏ ਸਨ, ਫੁਹਾਰੇ ਨਿਕਲ ਰਹੇ ਸਨ ਇਹਨਾਂ ਦੇ ਸਰੀਰ ਵਿੱਚੋਂ ਲਹੂ ਦੇ। ਫਿਰ ਵੀ ਲਾਸਟ ਜੋ ਵਰਡ ਸੀ ਜੋ ਲਿਖਿਆ ਜੇ ਇਤਿਹਾਸ ਵਿੱਚ, ਲੈ ਕਹਿੰਦੇ ਨੇ ਪੂਰੀ ਤਾਕਤ ਬਟੋਰ ਕੇ ਬਾਬਾ ਜੀ ਗਰਜੇ, ਸਿੰਘੋ ਬਾਣੇ ਦੀ ਲਾਜ ਰੱਖਿਓ, ਸਾਡੀ ਮੌਤ ਯਾਦਗਾਰੀ ਹੋਣੀ ਚਾਹੀਦੀ ਹੈ। ਇਸ ਜੰਗ ਵਿੱਚ ਸ਼ਹੀਦ ਹੋਣ ਤੋਂ ਪਹਿਲਾਂ ਦੁਸ਼ਮਣਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਇੱਕ ਇੱਕ ਸਿੰਘ 1.25 ਲੱਖ ਦੇ ਬਰਾਬਰ ਹੁੰਦਾ ਤੇ ਜ਼ੁਲਮ ਦਾ ਮੂੰਹ ਤੋੜ ਜਵਾਬ ਦੇਣ ਜੋਗਾ। ਭੈਣ ਜੀ ਮੈਂ ਡਾਕਟਰ ਹੁੰਦਿਆਂ ਹੋਇਆਂ ਦੱਸਦੀ ਹਾਂ, ਉਂਗਲ ਚੋਂ ਚੀਚੀ ਚੋਂ ਜੇ ਕਿਤੇ ਖੂਨ ਨਿਕਲਦਾ ਹੋਏ ਨਾ, ਸਾਡੇ ਕੋਲ ਚੀਕਾਂ ਮਾਰਦੇ ਆਉਂਦੇ ਨੇ ਐਮਰਜੈਂਸੀ ਵਿੱਚ, ਜਰਾ ਅੰਦਾਜ਼ਾ ਲਾ ਲਓ ਕਿ ਇੰਚ ਇੰਚ ਵਿੰਨਿਆ ਪਿਆ ਹੋਣਾ
ਮੌਤ ਸਾਹਮਣੇ ਦਿਸ ਰਹੀ ਹੋਏ ਤੇ ਇੰਨਾ ਗਰਜ ਸਕਦਾ ਹੋਏ, ਇੰਨਾ ਜੋਸ਼ ਹੋਵੇ। ਦੇਖੋ ਨਾ, ਬਾਹਰੋਂ ਜੋ 30,000 ਦੀ ਫੌਜ ਵਿੱਚੋਂ ਕਿੰਨੀ ਕੁ ਸ਼ਰਮਿੰਦਗੀ ਸੀ ਕਿ ਅਸੀਂ 30 ਸਿੰਘਾਂ ਅੱਗੇ ਇੰਨੀ ਯਾਨੀ ਭੈੜੇ ਤਰੀਕੇ ਦੀ ਹਾਰ ਕੇ ਸਾਡੇ 3 ਪੂਰ ਵੱਢੇ ਗਏ ਹੋਣ, ਤੇ ਉਧਰ ਇੱਕੋ ਹੀ ਨਹੀਂ ਬਥੇਰਾ ਜਿਹੜਾ ਗਰਜ ਕੇ ਜਿਹਦੀ ਆਵਾਜ਼ ਇਸ ਹਾਲ ਚ ਵੀ ਜਾ ਸਕਦੀ ਹੈ। ਸ਼ਾਮ ਪੈ ਗਈ ਸੀ ਭੈਣ ਜੀ, ਸਵਖਤੇ ਦੀ ਲੜਾਈ ਸ਼ੁਰੂ ਹੋਈ। ਇਹ ਪ੍ਰੂਫ ਨੇ ਸਾਡੇ ਕੋਲ, ਸਬੂਤ ਨੇ ਲਿਖੇ ਹੋਏ ਕਿ ਇਹ ਪੂਰੇ ਯਾਨੀ 18 ਘੰਟੇ ਜੰਗ ਲਗਾਤਾਰ ਤੁਰੀ ਉਹ 30 ਸਿੰਘਾਂ ਨੇ, ਤੇ 18 ਘੰਟਿਆਂ ਚੋਂ ਆਪਾਂ ਨੂੰ ਪਤਾ ਹੈ ਕਿ 18 ਸ਼ਹੀਦ ਹੋ ਗਏ ਸਨ। 19ਵੇਂ ਸਾਡੇ ਇਹ ਬਾਬਾ ਜੀ ਵੀ ਜਿਸ ਹਾਲ ਚ ਸਨ, ਪਰ ਸ਼ਾਮ ਪੈ ਜਾਣ ਤੱਕ ਗਹਿ ਗੱਚ ਲੜਾਈ ਹੋਈ। ਮਤਲਬ ਬੇਅੰਤ ਇੰਨੇ ਮਾਰੇ ਗਏ ਉਹਨਾਂ ਦੇ ਅਫਗਾਨੀ ਕਿ ਉਹਨੂੰ ਸਮਝ ਨਹੀਂ ਸੀ ਆ ਰਹੀ ਅਬਦਾਲੀ ਨੂੰ ਕਿ ਕੀ ਕਰੀਏ, ਕੀ ਹੋ ਕੀ ਗਿਆ। ਹੁਣ ਅਖੀਰ ਜਦੋਂ ਰਾਤ ਪੈ ਗਈ, ਇੰਨਾ ਲਹੂ ਵਹਿ ਗਿਆ, ਤਾਂ ਬਾਬਾ ਜੀ ਗੋਡੇ ਦੇ ਭਾਰ ਕਹਿੰਦੇ ਡਿੱਗ ਗਏ ਸਨ। ਹੁਣ ਅਜੇ ਵੀ ਯਾਨੀ ਪਿੱਛੇ ਵੀ ਸਨ ਤੀਰ, ਅੱਗੇ ਵੀ ਸਨ, ਥੱਲੇ ਤਾਂ ਡਿੱਗ ਨਹੀਂ ਸਨ ਸਕਦੇ, ਸੋ ਬੈਠ ਗਏ। ਤੇ ਬਹਿ ਕੇ ਜੋ ਹੁਣ ਕਮਾਲ ਵੇਖੋ ਕਿ ਕੀ ਲਿਖਿਆ ਜਾਂਦਾ ਹੈ ਕਿ ਬਹਿ ਕੇ ਕਹਿਣ ਲੱਗੇ, ਹੁਣ ਦੁਸ਼ਮਣਾਂ ਨੇ ਹੋਰ ਘੇਰਾ ਪਾ ਲਿਆ ਕਿ ਹੁਣ ਡਿੱਗ ਗਏ, ਹੁਣ ਤਾਂ ਚੱਲੇ ਨੇ ਤੇ ਹੁਣ ਵਾਰ ਕਰਾਂਗੇ। ਪਰ ਜੁਗਤ ਮੈਂ ਜੋ ਬਾਹ ਕਮਾਲ ਉਹਨਾਂ ਨੇ ਵਰਤੀ, ਕਹਿਣ ਲੱਗੇ ਉਸ ਹਾਲ ਵਿੱਚ ਵੀ ਜ਼ੋਰ ਦੀ ਗੱਜੇ, ਕਹਿੰਦੇ ਓਏ ਨਪੁੰਸਕੋ, ਸ਼ੇਰ ਦਾ ਸ਼ਿਕਾਰ ਕਰਨਾ ਨਹੀਂ ਜਾਣਦੇ? ਉਹ ਸ਼ੇਰ ਦਾ ਸ਼ਿਕਾਰ ਕਰੋ। ਖੰਡਾ ਚੁੱਕ ਕੇ ਉਤਾਂ ਐ ਕਹਿਣ ਲੱਗੇ, ਉਹ ਭਾਈ ਜਕਾਰਾ ਗੱਜ ਕੇ ਫਿਰ ਬੋਲਿਆ ਖੰਡਾ ਚੁੱਕ ਕੇ, ਸਿਰ ਲਾ ਕੇ ਵਿਖਾਓ ਤਾਂ ਮੰਨਾ। ਯਾਨੀ ਇਸ ਹਾਲ ਚ ਬੈਠਿਆਂ ਦੀ ਇਹ ਜੁਰਤ ਸੀ ਕਹਿਣੀ। ਹੁਣ ਇਹਦੇ ਪਿੱਛੇ ਵੱਡੀ ਗੱਲ ਕੀ ਸੀ? ਇੱਕ ਚੈਲੰਜ ਦਿੱਤਾ ਜਿਹਨੂੰ ਝੱਟ ਸਾਹਮਣੇ ਖੜੇ ਫੌਜੀਆਂ 4 ਜਣੇ ਅਗਾਂਹ ਆ ਗਏ ਕਿ ਲਓ ਜੀ ਸਿਰ ਵੱਢਦੇ ਆ ਜੀ। ਪਤਾ ਜੇ ਕੀ ਕੀਤਾ ਬਾਬਾ ਜੀ ਨੇ? ਜੋ ਆਖਰੀ ਮਤਲਬ ਉਹ ਨੇੜੇ ਆ ਗਏ ਸਨ ਤਲਵਾਰਾਂ ਚੁੱਕ ਕੇ, ਕਿਉਂਕਿ ਉਹਨਾਂ ਦੀ ਪਹੁੰਚ ਵਿੱਚ ਆ ਗਏ ਸਨ, ਅੱਗੇ ਤਾਂ ਉਹ ਹਿੱਲ ਨਹੀਂ ਸਨ ਸਕਣ ਵਾਲੀ ਹਾਲਤ ਚ, ਤੇ ਉਹ 4 ਜਿਹੜੇ ਅੱਗੇ ਫੌਜੀ ਆਏ ਸੀ, ਆਪਣੀ ਇਸ 2 ਧਾਰੀ ਤਲਵਾਰ ਚੁੱਕ ਕੇ ਉਹ 4 ਦੇ ਸਿਰ ਕਲਮ ਕਰ ਦਿੱਤੇ। ਯਾਨੀ ਇੰਨੇ ਸਕਿੰਟਾਂ ਚ ਕੰਮ ਹੋਇਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਤਲਵਾਰ ਲਹਿਰਾਈ ਤੇ ਕਦੋਂ ਉਹ 4 ਖਤਮ ਸਨ। ਇਹ ਅਖੀਰੀ ਉਹਨਾਂ ਦਾ ਹੱਲਾ ਸੀ ਕਿ ਮੈਂ ਮੌਤ ਤੋਂ ਪਹਿਲਾਂ ਵੀ ਇਹ 4 ਵੱਢ ਸੁੱਟਾਂ। ਤੇ ਫਿਰ ਜਿਹੜਾ ਪਿਛਾਂ ਖੜਾ ਸੀ ਉਹਨੇ ਫਿਰ ਬਾਬਾ ਜੀ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਪਰ ਯਾਨੀ ਮੌਤ ਲਾੜੀ ਨੂੰ ਉਹਨਾਂ ਨੇ ਕਿਹਾ ਸੀ ਮੈਂ ਵਿਆਹਣਾ ਹੈ, ਤੇ ਉਹ ਸੱਚਮੁੱਚ ਮੌਤ ਲਾੜੀ ਨੂੰ ਪ੍ਰਣਾਏ ਸਨ, ਵਿਆਹ ਲਿਆ। ਰਾਤ ਪੈ ਗਈ ਤੇ ਅਫਗਾਨੀਆਂ ਨੂੰ ਉਦੋਂ ਫਿਰ ਲਾਸ਼ਾਂ ਨਹੀਂ ਸੀ ਗਿਣੀਆਂ ਜਾਂਦੀਆਂ, ਪੂਰਾ ਭਰਿਆ ਪਿਆ ਸੀ ਸਾਰਾ ਉਸ ਥਾਂ ਤੇ। ਸੋ ਲਾਸ਼ਾਂ ਅੱਧੀਆਂ ਪਚੱਧੀਆਂ ਉਹਨਾਂ ਨੇ ਚੁੱਕੀਆਂ, ਤੇ ਫਿਰ ਉਹ ਕਹਿੰਦੇ ਜੀ ਸਾਡਾ ਉਦੋਂ ਕੈਂਪ ਦੇ ਵਿੱਚ ਅਸੀਂ ਜਾ ਕੇ ਉਦੋਂ ਭੰਗੀ ਕਿਲੇ ਦੇ ਨੇੜੇ ਉਹਨਾਂ ਨੇ ਕੈਂਪ ਲਾਇਆ ਸੀ। ਉਹ ਕਹਿੰਦੇ ਅਸੀਂ ਕੈਂਪ ਵਿੱਚ ਜਾ ਕੇ ਹੁਣ ਟਿਕਦੇ ਹਾਂ ਤੇ ਸਵੇਰੇ ਬਾਕੀ ਲਾਸ਼ਾਂ ਚੱਕਾਂਗੇ। ਜਿਹੜੇ ਸਿੰਘ ਬਚ ਗਏ ਸਨ, ਅਕਾਲ ਤਖਤ ਸਾਹਿਬ ਦੇ ਪਿੱਛੇ ਲੁਕੇ ਹੋਏ ਸਨ, ਉਹਨਾਂ ਨੇ ਰਾਤ ਨੂੰ ਫਿਰ ਹੱਲਾ ਬੋਲਿਆ ਤੇ ਉੱਥੇ ਕੈਂਪਾਂ ਵਿੱਚ ਬੇਅੰਤ ਹੋਰ ਫੌਜੀ ਵੱਢ ਸੁੱਟੇ। ਜਿੱਥੇ ਤਰਥੱਲੀ ਮਚ ਗਈ, ਕੈਂਪ ਛੱਡ ਕੇ ਉਹ ਸਾਰੇ ਭੱਜ ਹੀ ਗਏ, ਯਾਨੀ ਉੱਥੇ ਕੋਈ ਬਚਿਆ ਨਹੀਂ। ਭੈਣ ਜੀ ਅੰਦਾਜ਼ਾ ਲਾ ਸਕਦੇ ਹਾਂ 30 ਵਰਸਸ 30,000, ਕਿਆ ਕਮਾਲ ਸੀ ਕਿ ਉਹ ਸਾਰੀ ਉੱਤੇ ਯਾਨੀ ਭਗਦੜ ਮਚ ਗਈ। ਭੱਜ ਗਈ ਫੌਜ ਛੱਡ ਕੇ, ਕੈਂਪ ਛੱਡ ਕੇ ਭੱਜ ਗਏ, ਉੱਥੇ ਹੀ ਸ਼ਸਤਰ ਛੱਡ ਉੱਥੇ ਸਭ ਕੇ ਦੌੜ ਪਓ, ਖਰੇ ਕਿੰਨੇ ਕੁ ਹੋਰ ਆ ਗਏ ਨੇ। ਤਾਂ ਉਹ ਅਸਾਵੀਂ ਜੰਗ ਸੀ ਜਿੱਥੇ ਫਿਰ ਸਵੇਰੇ ਜਦੋਂ ਸਵੇਰ ਚੜੀ ਤਾਂ ਬਾਹਰੋਂ ਹੋਰ ਵੀ ਸਿੰਘ ਆਏ। ਫਿਰ ਉਹ ਜਿਹੜੇ ਸ਼ਹੀਦ ਸਨ ਉਹਨਾਂ ਨੂੰ ਤੇ ਬਾਬਾ ਜੀ ਦੀ ਦੇਹ ਨੂੰ ਚੁੱਕਿਆ, ਉਹਨਾਂ ਦੇ ਸੀਸ ਨੂੰ ਚੱਕਿਆ, ਤੇ ਫਿਰ ਉਹ ਇੱਕੋ ਚਿਤਾ ਵਿੱਚ ਰੱਖ ਕੇ ਉੱਥੇ ਸਾਰਿਆਂ ਨੂੰ ਉੱਥੇ ਅੱਗ ਲਾਈ ਗਈ। ਇਹ ਅਕਾਲ ਤਖਤ ਸਾਹਿਬ ਦੇ ਪਿੱਛੇ ਜੇ ਇਹ ਜਗ੍ਹਾ ਜਿੱਥੇ ਇੱਕੋ ਥਾਂ ਤੇ ਉਹ ਚਿਤਾ ਬਾਲੀ ਗਈ ਸੀ, ਉਸ ਥਾਂ ਵਿੱਚ ਅੱਜ ਵੀ ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖਸ਼ ਸਿੰਘ ਜੀ ਸੁਸ਼ੋਭਿਤ ਹੈ। ਜਿਵੇਂ ਆਖਰੀ ਇੱਛਾ ਸੀ, ਉਹਨਾਂ ਨੇ ਕਿਹਾ ਸੀ ਜਦੋਂ ਸਵੇਰੇ ਅੰਦਰ ਪ੍ਰਕਾਸ਼ ਕਰਕੇ ਸ਼ਬਦ ਲੈ ਕੇ ਨਿਕਲੇ ਸਨ ਤਾਂ ਕਿਹਾ ਸੀ ਕਿ ਮੇਰੀ ਮੌਤ ਤੋਂ ਬਾਅਦ ਕਿਸੇ ਨੇ ਹੰਝੂ ਨਹੀਂ ਕੇਰਨਾ। ਇਨ ਬਿਨ ਉਹਨਾਂ ਦੀ ਜੋ ਆਖਰੀ ਇੱਛਾ ਸੀ ਉਸ ਅਨੁਸਾਰ ਉੱਥੇ ਦੇਗ ਵਰਤਾਈ ਗਈ, ਜੈਕਾਰੇ ਛੱਡੇ ਗਏ, ਕਿਸੇ ਇੱਕ ਨੇ ਵੀ ਹੰਝੂ ਨਹੀਂ ਵਹਾਏ। ਸੋ ਉਸ
ਜੋ ਇਹ ਪਹਿਲੀ ਅਸੀਂ ਜਿੱਤ ਮੰਨਦੇ ਹਾਂ ਸਿੱਖ ਰਾਜ ਦੀ, ਕਿ ਅਫਗਾਨੀ ਉਸ ਤੋਂ ਬਾਅਦ ਟਿਕ ਨਹੀਂ ਸਕੇ। ਇਹ ਪਹਿਲੀ ਇੱਟ ਜੋ ਨੀਂਹ ਦੇ ਵਾਸਤੇ ਰੱਖੀ ਗਈ ਸੀ ਸਿੱਖ ਰਾਜ ਦੀ, ਉਹ ਇਸੇ ਨਾਲ ਹੀ ਟਿਕ ਗਈ ਸੀ। ਜੋ ਕਾਜ਼ੀ ਨੂਰ ਮੁਹੰਮਦ ਨੇ ਹੁਣ ਜੰਗਨਾਮੇ ਵਿੱਚ ਲਿਖਿਆ, ਮੈਂ ਉਹ ਪੜ੍ਹਨਾ ਚਾਹੁੰਦੀ ਹਾਂ, ਕਿਉਂਕਿ ਦੇਖੋ ਸਾਡੇ ਮੁਸਲਮਾਨ ਵੀਰ, ਆਮ ਲੋਕ ਕੋਈ ਇੱਕ ਦੂਜੇ ਨਾਲ ਜੰਗ ਨਹੀਂ ਸੀ ਵਿੱਢਦੇ, ਸਭ ਇੱਕ ਦੂਜੇ ਨਾਲ ਉਸੇ ਤਰ੍ਹਾਂ ਸਨ ਜਿਵੇਂ ਅਸੀਂ ਇੱਕੋ ਹੀ ਪਿਓ ਦੇ ਜਾਏ ਆ। ਇਹ ਹੁਕਮਰਾਨਾਂ ਨੇ ਆਪਣੇ ਤਾਕਤ ਲਈ, ਆਪਣੀ ਕੁਰਸੀ ਲਈ ਇਹ ਸਭ ਜੰਗਾਂ ਆਪਸ ਵਿੱਚ ਕੀਤੀਆਂ। ਸੋ ਅੱਜ ਵੀ ਜੇ ਕੋਈ ਚਾਹੇ ਤਾਂ ਉਹ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਦੋ ਧਾਰੀ ਤੇਗ ਉਹਨਾਂ ਦੀ ਤੇ ਉਹਨਾਂ ਦੀ ਪਿਸਤੌਲ ਜੋ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਪਈ ਹੈ ਦੇਖੀ ਜਾ ਸਕਦੀ ਹੈ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ, ਜਿਨ੍ਹਾਂ ਨੂੰ 48 ਸਿਰਲੱਥ ਸੂਰਬੀਰ ਯੋਧੇ ਜੋ ਉਹਨਾਂ ਨੇ ਆਪਣੇ ਗਿਣੇ ਸੀ, ਉਹਨਾਂ ਵਿੱਚੋਂ ਇੱਕ ਸਨ ਬਾਬਾ ਜੀ। ਜੋ ਯਾਨੀ ਕਾਜ਼ੀ ਨੂਰ ਮੁਹੰਮਦ ਨੇ ਲਿਖਿਆ, ਮੈਂ ਇਨ ਬਿਨ ਉਹ ਪੜ੍ਹ ਦੇਣਾ ਚਾਹੁੰਦੀ ਹਾਂ, ਕਿਉਂਕਿ ਇਹ ਜੰਗਨਾਮਾ ਵਿੱਚ ਸਾਡੇ ਜੋ ਇਹਨਾਂ ਸ਼ਹੀਦਾਂ ਲਈ ਲਿਖਿਆ, ਕਹਿੰਦੇ ਉਹਨਾਂ ਨੇ ਲਿਖਿਆ ਕਿ 30 ਸਿੰਘਾਂ ਦਾ 30,000 ਦੀ ਫੌਜ ਨਾਲ ਸਾਹਮਣਾ ਕਰਨਾ ਮੌਤ ਨੂੰ ਸੱਦਾ ਦੇਣਾ ਸੀ। ਉਹ ਸਿੰਘ ਇੰਜ ਜਾਪਦੇ ਸਨ ਜਿਵੇਂ ਸਿਰਫ ਆਪਣੇ ਗੁਰੂ ਲਈ ਆਪਾ ਵਾਰਨ ਵਾਸਤੇ ਟਿਕੇ ਹੋਏ ਸਨ। ਉਹਨਾਂ ਵਿੱਚੋਂ ਕਿਸੇ ਇੱਕ ਦੇ ਚਿਹਰੇ ਉੱਤੇ ਮੌਤ ਦਾ ਭੈ ਨਹੀਂ ਦਿਸਿਆ। 1 ਦਸੰਬਰ 1764 ਦਾ ਦਿਨ ਸਮੂਹ ਲੋਕਾਈ ਨੂੰ ਯਾਦ ਰੱਖਣ ਲਈ ਜ਼ਰੂਰੀ ਜੇ। ਦੇਖੋ ਤੁਹਾਡੇ ਜਾਂ ਮੇਰੇ ਲਈ ਨਹੀਂ, ਕਿਹਾ ਕੀ ਹੈ ਕਿ ਜਦੋਂ ਇੱਕ ਸਿੱਖ ਗੁਰਬਖਸ਼ ਸਿੰਘ ਨੇ ਆਪਣੇ ਇੰਚ ਬਿੰਨੇ ਹੋਏ ਜਿਸਮ ਨਾਲ ਵੀ ਲਲਕਾਰਾ ਮਾਰ ਕੇ ਆਖਰੀ ਸਵਾਸ ਛੱਡਣ ਤੋਂ ਪਹਿਲਾਂ 4 ਦੁਸ਼ਮਣ ਫੌਜੀ ਵੱਢ ਸੁੱਟੇ, ਇਹੋ ਜਿਹਾ ਨਜ਼ਾਰਾ ਨਾ ਕਦੇ ਪਹਿਲਾਂ ਦਿਖਿਆ ਨਾ ਕਦੇ ਬਾਅਦ ਵਿੱਚ ਦਿਸਣਾ ਹੈ। ਇੰਜ ਜਾਪ ਰਿਹਾ ਸੀ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਚਾਰੋਂ ਪੁੱਤਰ ਵਾਰ ਕੇ ਜਦੋਂ ਕਿਹਾ ਸੀ ਮੇਰੇ 1000 ਪੁੱਤਰ ਹੋਰ ਹਨ, ਤਾਂ ਲੱਗਦਾ ਸੀ ਕਿ ਜਿਵੇਂ ਬਾਬਾ ਗੁਰਬਖਸ਼ ਨੇ ਉਹਨਾਂ ਦੇ ਪੁੱਤਰ ਹੋਣ ਦਾ ਹੀ ਹੱਕ ਅਦਾ ਕੀਤਾ ਸੀ। ਕਮਾਲ ਜੇ ਕਿ ਇੱਕ ਮਿਸਾਲੀ ਮੌਤ ਜਿਹਨੇ ਇਹ ਦੱਸ ਦਿੱਤੀ ਕਿ ਸਿੰਘ ਮੌਤ ਤੋਂ ਡਰਦੇ ਨਹੀਂ, ਇਹ ਤਾਂ ਮੌਤ ਨੂੰ ਵੀ ਲਾੜੀ ਵਾਂਗ ਵਿਆਹ ਲੈਂਦੇ ਨੇ, ਇਤਿਹਾਸ ਵਿੱਚ ਅਮਰ ਹੋ ਚੁੱਕੇ ਨੇ। ਅੱਜ ਗੁਰਦੁਆਰਾ ਸਾਹਿਬ ਦੀ ਜੇ ਮੈਂ ਸਿਰਫ ਤੁਹਾਡੇ ਰਾਹੀਂ ਅਰਜ਼ੋਈ ਕਰ ਸਕਦੀ ਹਾਂ ਕਿ ਜਦੋਂ ਵੀ ਕੋਈ ਜਾਂਦਾ ਜੇ ਹਰਮੰਦਰ ਸਾਹਿਬ ਮੱਥਾ ਟੇਕਣ, ਅਕਾਲ ਤਖਤ ਸਾਹਿਬ ਤੇ ਜਾਂਦੇ ਨੇ, ਜ਼ਰੂਰ ਇਸ ਯੋਧੇ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਜਾਣ, ਵੇਖਣ, ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ, ਤਾਂ ਕਿ ਸਾਡੀ ਪਨੀਰੀ ਇਸ ਮਾਣ ਮੱਤੇ ਇਤਿਹਾਸ ਤੋਂ ਪਰਾਂ ਨਾ ਹੋ ਜਾਏ। ਤੇ ਜੋ ਮੈਂ ਹਰ ਵਾਰ ਕਹਿੰਦੀ ਹਾਂ ਕਿ ਤੁਸੀਂ ਜੋ ਇਹ ਲੜੀ ਸ਼ੁਰੂ ਕੀਤੀ ਹੈ ਬਾ ਕਮਾਲ, ਇਹ ਇਤਿਹਾਸ ਤੁਸੀਂ ਵੀ ਇੱਕ ਸਿਰਜ ਰਹੇ ਹੋ ਜਿਹੜੀ ਸਾਡੀ ਪਨੀਰੀ ਲਈ ਬਹੁਤ ਜ਼ਿਆਦਾ ਲੋੜਵੰਦ ਵੀ ਹੈ, ਤੇ ਉਹ ਆਪਣਾ ਲਹੂ ਵੀ ਕਰਮਾ ਸਕਦੀ ਹੈ ਤੇ ਮਾਣ ਨਾਲ ਸਿਰ ਉੱਚਾ ਵੀ ਕਰ ਸਕਦੀ ਹੈ ਕਿ ਅਜਿਹੇ ਯੋਧੇ ਸਾਡੇ ਪਿਛੋਕੜ ਵਿੱਚ ਸਨ ਤੇ ਉਹਨਾਂ ਸ਼ਹੀਦਾਂ ਦੇ ਵਿੱਚੋਂ ਲਹੂ ਜੋ ਡੁੱਲਿਆ ਸੀ ਉੱਥੋਂ ਹੀ ਅਸੀਂ ਪੈਦਾ ਹੋਏ ਹਾਂ। ਸੋ ਜ਼ਰੂਰ ਇਹ ਯਾਦ ਅਸੀਂ ਅਗਾਂਹ ਆਪਣੀ ਪਨੀਰੀ ਤੱਕ ਪਹੁੰਚਾਉਣੀ ਹੈ। ਬਿਲਕੁਲ, ਬਹੁਤ ਜ਼ਰੂਰੀ ਹੈ ਜੀ। ਜਦੋਂ ਵੀ ਕੋਈ ਅੰਮ੍ਰਿਤਸਰ ਜਾਵੇ ਤੇ ਉੱਥੇ ਗੁਰਦੁਆਰੇ ਨੂੰ ਕਿਉਂਕਿ ਅਸੀਂ ਉਹਨਾਂ ਨੂੰ ਜੋ ਉਹਨਾਂ ਨੇ ਸਾਡੇ ਵਾਸਤੇ ਕਰ ਦਿੱਤਾ ਹੈ ਉਹਦਾ ਅਸੀਂ ਕਦੀ ਦੇਣ ਨਹੀਂ ਦੇ ਸਕਦੇ, ਪਰ ਅਸੀਂ ਇੱਕ ਸ਼ਰਧਾਂਜਲੀ ਜ਼ਰੂਰ ਦੇ ਸਕਦੇ ਹਾਂ ਉੱਥੇ ਗੁਰਦੁਆਰੇ ਜਾ ਕੇ ਤੇ ਉਹਨਾਂ ਨੂੰ ਯਾਦ ਕਰਕੇ। ਸੋ ਅਸੀਂ ਵੀ ਇਹੋ ਹੀ ਚਾਹਾਂਗੇ ਕਿ ਜਦੋਂ ਵੀ ਸਾਡੀ ਇਹ ਵੀਡੀਓ ਜੋ ਵੀ ਵੇਖੇ ਤੇ ਜ਼ਰੂਰ ਉੱਥੇ ਅੰਮ੍ਰਿਤਸਰ ਜਾ ਕੇ ਤੇ ਗੁਰਦੁਆਰੇ ਨੂੰ ਜ਼ਰੂਰ ਵਿਜ਼ਿਟ ਕਰਨ ਔਰ ਉੱਥੇ ਜਾ ਕੇ ਮੱਥਾ ਟੇਕਣ ਤੇ ਸ਼ਰਧਾਂਜਲੀ ਭੇਂਟ ਕਰਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੂੰ। ਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਦੇ ਹੋ, ਇੰਨੀ ਇਨਫੋਰਮੇਸ਼ਨ ਇਕੱਠੀ ਕਰਕੇ ਲੈ ਕੇ ਆਉਂਦੇ ਹੋ, ਕਿਉਂਕਿ ਸੌਖਾ ਕੰਮ ਨਹੀਂਗਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ।